अस्सलाम वालेकुम दोस्तों ते मित्रों ते भराओ की हाल है तुहाडा। अज साडे वीलॉग दा जिहड़ा मौजू है वो बड़ा अहम है। पंजाब पुलिस दा एक SP जिहड़ा है ਉਹ ਹੀ ਜਾਲੀ ਕਰੰਸੀ इस्तेमाल करदिया फड़िया गया है। जी हाँ, एक कोई सब इंस्पैक्टर कांस्टेबल या इंस्पैक्टर ते DSP नहीं है, ये बाय रास्त SP है ਜਿਹਦੇ ਕੋਲੋਂ 50 ਲੱਖ ਰੁਪਏ ਦੀ ਜਾਲੀ ਕਰੰਸੀ ਫੜੀ ਗਈ ਤੇ 50 ਲੱਖ ਦੀ ਜਿਹੜੀ ਜਾਲੀ ਕਰੰਸੀ ਸੀ ਉਹਦੇ ਨਾਲ ਇਹਨੇ ਕਿਸ ਤਰ੍ਹਾਂ ਫਰਾਡ ਕੀਤਾ ਤੇ ਕਿਸ ਤਰ੍ਹਾਂ ਫੜਿਆ ਗਿਆ ਤੇ ਇਹਦੀ ਬੈਕਗ੍ਰਾਉਂਡ ਕੀ ਹੈ, ਇਹ SP ਕਿੱਥੇ ਤਾਇਨਾਤ ਰਿਹਾ ਤੇ ਇਹਦੇ ਉੱਤੇ ਪਹਿਲੇ ਕਿਹੜੇ ਇਲਜ਼ਾਮਾਤ ਸਨ ਤੇ ਪੰਜਾਬ ਪੁਲਿਸ ਨੇ ਇਸ ਤੋਂ ਪਹਿਲੇ ਇਹਨੂੰ ਸਰੈਂਡਰ ਵੀ ਕੀਤਾ, ਇਹ ਫਿਰ ਵਾਪਸ ਕਿਸ ਤਰ੍ਹਾਂ ਆਇਆ ਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਇਹਨਾਂ ਦੀ ਤਫਸੀਲਾਤ ਤੇ ਤਹਿਕੀਕਾਤ ਅੱਜ ਅਸੀਂ ਤੁਹਾਨੂੰ ਆਪਣੇ ਚੈਨਲ ਚਾਨਣ ਦੇ ਜ਼ਰੀਏ ਦੱਸਾਂਗੇ ਤੇ ਇਹਦੇ ਉੱਤੇ ਬਹੁਤ ਸਾਰਾ ਚਾਨਣ ਪਾਵਾਂਗੇ। ਅੱਛਾ, ਇਸ SP ਦਾ ਨਾਮ ਹੈ ਬਲਾਲ ਕਯੂਮ, ਗ੍ਰੇਡ 18 ਦਾ ਅਫਸਰ ਹੈ ਤੇ ਇਹ ਜਿਹੜਾ SP ਹੈ ਇਹ ਸਪੈਸ਼ਲ ਬ੍ਰਾਂਚ ਵਿੱਚ ਵੀ ਰਿਹਾ ਹੋਇਆ ਹੈ, SP ਟੈਲੀਕਮਿਊਨੀਕੇਸ਼ਨ ਵੀ ਰਿਹਾ ਹੈ, ਇਹ SP ਇਨਵੈਸਟੀਗੇਸ਼ਨ ਵੀ ਰਿਹਾ ਹੈ, ਇਹ ਕਸੂਰ ਦੇ ਵਿੱਚ ਵੀ ਰਿਹਾ ਹੈ, ਉੱਥੇ ਵੀ ਇਨਵੈਸਟੀਗੇਸ਼ਨ ਪੁਲਿਸ ਦਾ ਅਫਸਰ ਸੀ ਤੇ ਇਹਨੇ ਜਿੱਥੇ ਵੀ ਗਿਆ ਨਾ ਇਹਦੇ ਨਾਲ ਕਰਪਸ਼ਨ ਦੀਆਂ ਕਹਿੰਦੇ ਨੇ ਗਜਬ ਕਹਾਣੀਆਂ ਉਹ ਵੀ ਨਾਲ ਹੀ ਚੱਲਦੀਆਂ ਰਹੀਆਂ ਨੇ ਤੇ ਇਹਦੇ ਬਾਰੇ ਬੜਾ ਮਸ਼ਹੂਰ ਹੈਗਾ ਕਿ ਇਹ ਜਿੱਥੇ ਜਾਂਦਾ ਸੀ ਨਾ ਤੇ ਆਪਣੀ ਇੱਕ ਇਹੋ ਜਿਹੀ ਟੀਮ ਬਣਾਉਂਦਾ ਸੀ ਕਿ ਜਿਹੜੀ ਲੋਕਾਂ ਨੂੰ ਘੇਰ ਕੇ ਤੇ ਲਿਆਂਦੀ ਸੀ। ਹੁਣ ਇਹ ਜਿਹੜਾ ਵਾਕਿਆ ਜਿਹੜਾ ਅਸੀਂ ਤੁਹਾਨੂੰ ਦੱਸਣ ਲੱਗਿਆ ਨਾ ਉਹ ਦੱਸਣ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਹੋਰ ਵਾਕਿਆ ਦੱਸ ਦਿਆਂ ਕਿ ਲਾਹੌਰ ਦੇ ਚ ਜਦੋਂ CCPO ਉਮਰ ਸ਼ੇਖ ਸਾਹਿਬ ਆਏ ਸਨ ਨਾ ਤੇ ਉਹਨਾਂ ਨੇ ਡਿਮਾਂਡ ਕੀਤੀ ਸੀ ਕਿ ਮੈਨੂੰ ਮੇਰੇ ਮਤਲਬ ਦੇ ਅਫਸਰ ਦੇ ਦਿੱਤੇ ਜਾਣ ਨਾ ਤੇ ਮੈਂ ਲਾਹੌਰ ਨੂੰ ਨਿਊਯਾਰਕ ਬਣਾ ਦਿਆਂਗਾ ਤੇ ਉਹਨਾਂ 'ਚ ਜਿਹੜੀ ਡਿਮਾਂਡ ਕੀਤੀ ਤੇ ਦੋ ਅਫਸਰ ਨੇ ਬੁਲਾਏ ਸਨ, ਇੱਕ SSP ਅਨੂਸ਼ ਚੌਧਰੀ ਤੇ ਦੂਸਰੀ ਇਹੋ ਹੀ ਜਿਹੜੇ SP ਬਲਾਲ ਕਯੂਮ ਸਾਹਿਬ ਨੇ ਤੇ SSP ਅਨੂਸ਼ ਚੌਧਰੀ ਤੇ ਦੀ ਰੈਪੂਟੇਸ਼ਨ ਤੇ ਬਹੁਤ ਅੱਛੀ ਹੈ, ਉਹ ਤੁਹਾਨੂੰ ਵੀ ਪਤਾ ਹੈ, ਲੇਕਿਨ ਬਲਾਲ ਕਯੂਮ ਜਦੋਂ ਇੱਥੇ ਲਾਹੌਰ ਦੇ ਚ ਆਇਆ ਤੇ ਇਹਨੂੰ ਜਦੋਂ ਇੱਥੇ ਲਗਾਇਆ ਗਿਆ ਤੇ ਉਸ ਤੋਂ ਬਾਅਦ ਚੀਫ ਸੈਕਟਰੀ ਨੇ 3 ਮਹੀਨੇ ਬਾਅਦ ਹੀ ਕਹਿ ਦਿੱਤਾ ਕਿ ਬਈ ਸਾਨੂੰ ਇਹ ਵਾਲਾ ਅਫਸਰ ਨਹੀਂ ਚਾਹੀਦਾ ਤੇ ਚੀਫ ਸੈਕਟਰੀ ਨੇ ਇਹਨਾਂ ਨੂੰ ਪੰਜਾਬ ਪੁਲਿਸ ਤੋਂ ਹੀ ਸਰੈਂਡਰ ਕਰਾ ਦਿੱਤਾ। ਉਹਨੇ ਕਿਹਾ ਭਾਈ ਸਾਨੂੰ ਇਹ ਵਾਲਾ ਅਫਸਰ ਜਿਹੜਾ ਬਲਾਲ ਕਯੂਮ ਹੈ ਨਾ ਇਹ ਸਾਨੂੰ ਨਹੀਂ ਚਾਹੀਦਾ। ਇਹ ਬਲਾਲ ਕਯੂਮ ਸਾਹਿਬ ਲਾਹੌਰ ਵਿੱਚ ਵੀ ਰਹਿ ਚੁੱਕੇ ਨੇ, ਲਾਹੌਰ ਦੀ ਡਿਵੀਜ਼ਨ ਹੈਗੀ ਹੈ ਮਾਡਲ ਟਾਊਨ, ਉਹਦੇ ਇਨਵੈਸਟੀਗੇਸ਼ਨ ਵਿੰਗ ਦੇ ਸਰਬਰਾਹ ਸਨ ਮਾਡਲ ਟਾਊਨ ਦੇ ਤੇ ਉਸ ਦੌਰਾਨ ਵੀ ਬੜੀਆਂ ਜਿਹੜੀਆਂ ਇਹੋ ਜਿਹੀਆਂ ਵਾਰਦਾਤਾਂ ਤੇ ਇਹੋ ਜਿਹੇ ਵਾਕਿਆ ਜਿਹੜੇ ਨਾ ਉਹ ਸਾਹਮਣੇ ਆਉਂਦੇ ਰਹੇ, ਲੇਕਿਨ ਕਿਉਂਕਿ ਆਲਾ ਅਫਸਰਾਂ ਜਿਹੜੇ ਸੀ ਉਹ ਦੇਖਦੇ ਸਨ ਕਿ SP ਲੈਵਲ ਦਾ ਅਫਸਰ ਹੈ ਲਿਹਾਜ਼ਾ ਥੋੜਾ ਹੱਥ ਹੋਲਾ ਹੀ ਰੱਖੀਏ। ਲੇਕਿਨ ਫਿਰ ਇੱਕ ਵਕਤ ਆਇਆ ਕਿ ਇਹ SP ਸਾਹਿਬ ਨੇ ਕੀ ਕੀਤਾ ਕਿ ਇੱਕ ਆਮਰ ਨਾਂ ਦਾ ਨੌਜਵਾਨ ਸੀ, ਉਹਨੂੰ ਕਿਹਾ ਵੀ ਮੈਂ ਤੇਰੇ ਕੋਲੋਂ ਗੱਡੀ ਖਰੀਦਣੀ ਚਾਹਨਾ, ਗੱਡੀ ਮੈਨੂੰ ਪਸੰਦ ਆ ਗਈ ਹੈ। ਗੱਡੀ ਦੀ ਕੀਮਤ ਜਿਹੜੀ ਉਦੋਂ 50 ਲੱਖ ਰੁਪਇਆ ਲਾਈ ਗਈ ਤੇ 50 ਲੱਖ ਇਹਨਾਂ ਨੇ ਉਸ ਆਦਮੀ ਨੂੰ ਦੇ ਦਿੱਤਾ ਤੇ ਸਾਰੀ ਡਾਕੂਮੈਂਟੇਸ਼ਨ ਹੋ ਗਈ, ਉਹ ਬੰਦਾ ਜਿਹੜਾ ਹੈ ਉਹ ਗੱਡੀ ਦੇ ਕੇ ਚਲਾ ਗਿਆ। ਜਦੋਂ ਉਹ ਆਮਰ ਨੇ ਉਹ ਪੈਸੇ ਚੋਂ ਕੁਝ ਨੋਟ ਇਸਤੇਮਾਲ ਕੀਤੇ ਤੇ ਉਹ ਜਾ ਕੇ ਜਿਹੜੇ ਬੰਦੇ ਕੇ ਇਸਤੇਮਾਲ ਕੀਤੇ ਉਹਨੇ ਕਿਹਾ ਮੈਨੂੰ ਨੋਟਾਂ ਉੱਤੇ ਤੇ ਸ਼ੱਕ ਪੈਂਦਾ ਪਿਆ। ਉਹਨੇ ਕੀ ਕੀਤਾ ਕਿ ਉਹਨੇ ਚੈੱਕ ਕਰਾਏ ਤੇ ਨੋਟ ਜਾਲੀ ਨਿਕਲੇ। ਜਦੋਂ 5-5 ਦੇ ਨੋਟ, 1000 ਦੇ ਨੋਟ ਜਾਲੀ ਨਿਕਲਣ ਤੇ ਅਗਲਾ ਤੇ ਪਰੇਸ਼ਾਨ ਹੋ ਹੀ ਜਾਂਦਾ ਹੈ। ਉਹਨੇ ਪਰੇਸ਼ਾਨੀ 'ਚ ਜਿਹੜਾ ਨਾ ਉਹ ਕੇਸ ਪੁਲਿਸ ਤੱਕ ਪਹੁੰਚਾਇਆ ਤੇ ਪੁਲਿਸ ਨੇ FIA ਤੱਕ ਪਹੁੰਚਾ ਦਿੱਤਾ। FIA ਨੇ ਉਹਨੂੰ ਫੜ ਲਿਆ। ਜਦੋਂ FIA ਨੇ ਉਹਨੂੰ ਫੜ ਲਿਆ ਤੇ FIA ਨੇ ਕਿਹਾ ਵੀ ਤੇਰੇ ਕੋਲ ਇੰਨੇ ਨੋਟ, ਕੋਈ ਯਾਰ ਚੰਦ ਹਜ਼ਾਰ ਹੋਣ ਤੇ ਕੋਈ ਗੱਲ ਵੀ ਬਣਦੀ ਹੈ, ਉਹ ਤੇਰੇ ਕੋਲ ਲੱਖਾਂ ਦੇ ਨੋਟ ਜਿਹੜੇ ਨੇ ਉਹ ਜਾਲੀ ਨੋਟ ਨੇ ਕਿੱਥੋਂ ਲੈ ਲਏ ਤੂੰ? ਉਹਨੇ ਕਿਹਾ ਜਨਾਬ ਇਹ ਨੋਟ ਮੈਂ ਕਿਸੇ ਆਮ ਬੰਦੇ ਕੋਲ ਨਹੀਂ ਲਏ, ਇਹ ਨੋਟ ਜਿਹੜਾ ਮੈਂ SP ਕੋਲੋਂ ਲਏ ਨੇ। ਉਹ FIA ਵਾਲੇ ਅਫਸਰਾਨ ਵੀ ਬੜੇ ਹੈਰਾਨ ਹੋ ਗਏ। ਉਹਨਾਂ ਨੇ ਕਿਹਾ ਵੀ SP ਨੇ ਤੈਨੂੰ ਇਹ ਨੋਟ ਦਿੱਤੇ ਨੇ? ਕਹਿੰਦਾ ਜੀ ਹਾਂ ਮੈਨੂੰ SP ਨੇ ਨੋਟ ਦਿੱਤੇ ਨੇ। ਉਹਨਾਂ ਕਿਹਾ ਦੱਸ ਕਿਹੜਾ SP ਹੈ? ਉਹਨੇ ਨਾਂ ਲੈ ਲਿਆ ਜੀ ਬਲਾਲ ਕਯੂਮ SP ਜਿਹੜਾ ਇਹਨੇ ਮੈਨੂੰ ਨੋਟ ਦਿੱਤੇ ਨੇ। ਉਹ ਇਨਕੁਆਇਰੀ ਜਿਹੜੀ FIA ਦੀ SP ਤੱਕ ਵੀ ਪਹੁੰਚ ਗਈ। ਉਹ ਤੁਹਾਨੂੰ ਪਤਾ ਹੈ ਸ਼ੁਰੂ ਤੇ SP ਕੋਈ ਐਵੇਂ ਤਾਂ ਨਹੀਂ ਨਾ ਇਨਕੁਆਇਰੀ ਦੇ ਸ਼ਾਮਲ ਹੁੰਦਾ ਜਿਸ ਤਰ੍ਹਾਂ ਕੋਈ ਕਾਂਸਟੇਬਲ ਜਾਂ ਇੰਸਪੈਕਟਰ ਜਾਂ ਇਸ ਤਰ੍ਹਾਂ ਦੇ ਅਫਸਰ ਪੇਸ਼ ਹੁੰਦੇ ਨੇ। ਉਹ ਤੇ ਫਿਰ SP ਦਾ ਆਪਣਾ ਡੈਕੋਰਮ ਹੈ। ਉਹਨੇ ਬੜਾ ਜਿਹਨੂੰ ਕਹਿੰਦੇ ਚੂੰ ਚਾਹ ਕੀਤੀ ਤੇ ਹਜੇ ਮੈਂ ਨਹੀਂ ਪੇਸ਼ ਹੋਣਾ, ਲੇਕਿਨ ਆਖਰਕਾਰ ਜਿਹੜਾ ਨਾ ਉਹ ਆਲਾ ਅਫਸਰਾਨ ਪੰਜਾਬ ਪੁਲਿਸ ਦੇ ਕੋਲੋਂ ਵੀ ਉਹਨਾਂ ਨੇ ਇਜਾਜ਼ਤ ਲਿੱਤੀ ਤੇ ਇਨਕੁਆਇਰੀ ਨੂੰ ਅੱਗੇ ਵਧਾਇਆ। ਜਦੋਂ ਇਨਕੁਆਇਰੀ ਅੱਗੇ ਵਧੀ ਤੇ ਪਤਾ ਚੱਲਿਆ ਕਿ ਤੇ ਵਾਕਈ ਜਾਲੀ ਨੋਟ ਬਰਾਹ ਰਾਸਤ SP ਬਲਾਲ ਕਯੂਮ ਨੇ ਖੁਦ ਦਿੱਤੇ ਨੇ। ਫਿਰ ਜ਼ਰਾ ਸ਼ਿਕੰਜਾ ਜਿਹੜਾ ਟੈਟ ਕਰਨਾ ਸ਼ੁਰੂ ਕਰਤਾ ਉਹਨਾਂ ਨੇ। ਫਿਰ 11 ਜੂਨ 2023 ਦੇ ਵਿੱਚ ਨਾ ਇਹਨੂੰ ਪਹਿਲੀ ਵਾਰੀ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲ ਕਰਕੇ ਤੇ ਨਾਲੀਆ ਦੇ ਖਿਲਾਫ ਕੇਸ ਰਜਿਸਟਰ ਕਰ ਲਿਆ। ਇਸ ਦੌਰਾਨ ਇਹਨੇ ਅਬੂਰੀ ਜ਼ਮਾਨਤ ਕਰਾ ਲਈ। SP ਨੇ ਇਹਨੂੰ OSD ਬਣਾ ਦਿੱਤਾ ਗਿਆ।
ਹੁਣ ਉਹ ਜਿਹੜੀ ਮੁਅੱਤਲੀ ਦੇ ਬਾਅਦ ਜਿਹੜੀ ਇਨਕੁਆਇਰੀ ਚੱਲੀ ਨਾ, ਫਿਰ ਜ਼ਰਾ ਉਹਦੇ 'ਚ ਸਪੀਡ ਲੱਗੀ। ਲੇਕਿਨ ਫਿਰ ਵੀ ਵੇਖ ਲਓ ਕਿੰਨੀ ਸਪੀਡ ਲੱਗੀ ਕਿ 2023 ਜੂਨ ਤੋਂ ਚੱਲਿਆ ਕੰਮ, 2024 ਵੀ ਲੰਘ ਗਿਆ, 2025 ਵੀ ਲੰਘ ਗਿਆ, ਤੇ ਹੁਣ 25 ਦਾ ਜਦੋਂ ਅਕਤੂਬਰ ਦਾ ਐਂਡ ਆਇਆ ਨਾ, ਤੇ ਫਿਰ ਇਸ ਇਨਕੁਆਇਰੀ ਨੂੰ ਕੈਬਨਿਟ ਡਿਵੀਜ਼ਨ ਨੇ ਫਾਈਨਲ ਕੀਤਾ। ਤੇ ਫਿਰ ਉਸ ਤੋਂ ਬਾਅਦ ਜੀ ਇਹਨਾਂ ਦੇ ਬਰਖਾਸਤੀ ਦੇ ਟਰਮੀਨੇਸ਼ਨ ਦੇ ਜਿਹੜੇ ਨੇ ਆਰਡਰ ਉਹ ਟਾਈਪ ਹੋਏ ਨੇ। ਤੇ ਹੁਣ ਜਿਹੜਾ ਨਾ ਮਾਮਲਾ ਬਾਹਰ ਆਇਆ ਕਿ ਜੀ ਇਹ ਜਿਹੜਾ ਐਸਪੀ ਬਲਾਲ ਕਯੂਮ ਹੈ, ਇਹਦੇ ਕੋਲੋਂ ਜਿਹੜੀ 50 ਲੱਖ ਦੀ ਜਾਲੀ ਕਰੰਸੀ ਫੜੀ ਗਈ ਹੈ, ਉਸ ਕੇਸ ਦੇ ਵਿੱਚ ਇਹਦੀ ਇਨਕੁਆਇਰੀ ਹੋਈ ਹੈ। ਇਨਕੁਆਇਰੀ ਦੇ ਵਿੱਚ ਇਹ ਸਾਬਤ ਹੋਇਆ, ਫਿਰ ਮੁਅੱਤਲੀ ਹੋਈ ਹੈ, ਮੁਅੱਤਲੀ ਤੋਂ ਬਾਅਦ ਬਰਖਾਸਤਗੀ ਹੋਈ ਹੈ। ਲੇਕਿਨ ਅਸਲ ਨੁਕਤੇ ਉੱਤੇ ਜਿਹੜਾ ਨਾ ਉਹ ਆਲਾ ਅਫਸਰਾਨ ਤਵੱਜੋ ਨਹੀਂ ਦੇ ਰਹੇ। ਅਸਲ ਨੁਕਤਾ ਇਹ ਹੈ ਕਿ ਐਡੀ ਵੱਡੀ ਕਰੰਸੀ ਜਿਹੜੀ ਹੈ ਉਹ ਜਾਲੀ ਛਪੀ, ਉਹ ਜਿਹੜੇ ਨੈਟਵਰਕ ਨੇ ਛਾਪੀ, ਲਾਜ਼ਮੀ ਗੱਲ ਹੈ FIA ਨੇ ਤੇ ਮਜ਼ੀਦ ਕਈ ਅਦਾਰਿਆਂ ਨੇ ਉਹਨਾਂ ਨੂੰ ਫੜ ਲਿੱਤਾ ਹੋਏਗਾ, ਤੇ ਫਿਰ ਉਹ ਪੂਰੇ ਨੈਟਵਰਕ ਨੂੰ ਸਾਹਮਣੇ ਲਿਆਉਣਾ ਚਾਹੀਦਾ। ਤੇ ਫਿਰ ਇਹ ਵੀ ਦੱਸਣਾ ਚਾਹੀਦਾ ਕਿ ਉਸ ਪੂਰੇ ਨੈਟਵਰਕ ਦੇ ਨਾਲ ਐਸਪੀ ਬਲਾਲ ਕਯੂਮ ਦਾ ਕੀ ਤਾਲੁਕ ਸੀ, ਕਿਉਂ ਇਹਦੇ ਕੋਲ ਐਡੀ ਵੱਡੀ ਰਕਮ ਆ ਗਈ। ਉਹ ਐਡੀ ਵੱਡੀ ਰਕਮ ਇਹਨੇ ਇਸਤੇਮਾਲ ਵੀ ਕਰ ਲਈ। ਬਈ ਛੋਟੀ ਛੋਟੀ ਕਰਕੇ ਰਕਮ ਇਸਤੇਮਾਲ ਕਰਦਾ ਤੇ ਹੋ ਸਕਦਾ ਹੈ ਐਡਾ ਵੱਡਾ ਕੇਸ ਨਾ ਬਣਦਾ। ਲੇਕਿਨ ਹੁਣ ਇਹ ਸਾਰਾ ਜਿਹੜਾ ਨੈਟਵਰਕ ਹੈ, ਇਹਨੂੰ ਆਲਾ ਹੁਕਾਮ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਬੁਨਿਆਦੀ ਤੌਰ ਤੇ 18 ਅਕਤੂਬਰ 2025 ਇਹਨਾਂ ਦੀ ਜਿਹੜੀ ਟਰਮੀਨੇਸ਼ਨ ਦਾ ਜਿਹੜਾ ਲੈਟਰ ਜਾਰੀ ਹੋਇਆ, ਤੇ ਹੁਣ ਇਸ ਲੈਟਰ ਜਾਰੀ ਹੋਣ ਤੋਂ ਬਾਅਦ ਕਿਉਂਕਿ ਇਹਨਾਂ ਨੂੰ ਮਹਿਕਮੇ ਤੋਂ ਬਰਖਾਸਤ ਕਰ ਦਿੱਤਾ ਗਿਆ, ਤੇ ਬਰਖਾਸਤ ਦੇ ਨਾਲ ਇਹ ਜਿਹੜੀ ਮਹਿਕਮੇ ਦੀ ਵੱਡੀ ਕਾਲੀ ਭੇੜਾਂ ਨੇ ਨਾ, ਜਿਵੇਂ ਛੋਟੀ ਛੋਟੀ ਕਾਲੀ ਭੇੜਾਂ ਤੇ ਰੋਜ਼ ਫੜੇ ਜਾਂਦੇ, ਜਿਵੇਂ ਅਸੀਂ ਤੁਹਾਨੂੰ ਪਿਛਲੇ ਵੀਲੌਗ ਦੱਸਿਆ ਸੀ ਕਿ 675 ਪੁਲਿਸ ਅਹਿਲਕਾਰ ਜਿਹੜੇ ਨੇ ਉਹ ਲਾਹੌਰ ਪੁਲਿਸ ਦੇ ਵਿੱਚ ਕਰਪਸ਼ਨ ਤੇ ਕਾਨੂੰਨ ਦੀ ਖਿਲਾਫਵਰਜ਼ੀ ਕਰਨ ਦੀ ਵਜ੍ਹਾ ਤੋਂ ਮਹਿਕਮੇ ਤੋਂ ਕੱਢ ਦਿੱਤੇ ਗਏ ਨੇ। ਤੇ ਹੁਣ ਤੇ ਇਹ ਇੱਕ ਵੱਡਾ ਅਫਸਰ ਹੈ, SP ਲੈਵਲ ਦਾ ਅਫਸਰ ਹੈ, ਤੇ ਇਹਦੇ ਬਾਰੇ ਅਗਰ ਇਨਕੁਆਇਰੀ ਪੂਰੀ ਕਰ ਲਿੱਤੀ ਗਈ ਹੈ ਤੇ ਉਹ ਵੀ ਆਵਾਮ ਦੇ ਸਾਹਮਣੇ ਲਿਆਈ ਜਾਏ ਕਿ ਜਾਲੀ ਨੋਟ ਛਾਪਣ ਵਾਲਿਆਂ ਦੇ ਗਰੋਹ ਦੇ ਨਾਲ ਇਹਦਾ ਕੀ ਤਾਲੁਕ ਸੀ। ਕਿਉਂਕਿ ਅਸੀਂ ਮਾਜ਼ੀ ਦੇ ਵਿੱਚ ਕਈ ਇਹੋ ਜਾਲੀ ਨੋਟ ਛਾਪਣ ਵਾਲੇ ਗਰੋਹਾਂ ਦੇ ਉੱਤੇ ਜਦੋਂ ਆਪਣੀ ਤਹਿਕੀਕਾਤ ਕੀਤੀ ਸੀ, ਤੇ ਸਾਬਤ ਇਹੀ ਹੁੰਦਾ ਹੈ ਕਿ ਇਹ ਜਿਹੜੀ ਮਸ਼ੀਨਰੀ ਹੁੰਦੀ ਹੈ ਨਾ, ਇਹ ਵੀ ਮੁਲਕ ਦੁਸ਼ਮਣ ਅਨਾਸਰ ਹੀ ਪ੍ਰੋਵਾਈਡ ਕਰਦੇ ਨੇ। ਉਹ ਕਰੰਸੀ ਜਿਹੜੀ ਹੈ ਉਹਦੇ ਵਾਸਤੇ ਜਿਹੜਾ ਪੇਪਰ ਹੁੰਦਾ ਹੈ ਉਹ ਵੀ ਮੁਲਕ ਦੁਸ਼ਮਣ ਅਨਾਸਰ ਹੀ ਪੇਸ਼ ਜਿਹੜੇ ਨੇ ਪ੍ਰੋਵਾਈਡ ਕਰਦੇ ਨੇ। ਇਹ ਖਾਸ ਤੌਰ ਤੇ ਮੁਲਕ ਦੀ ਮਈਸ਼ਤ ਨੂੰ ਤੇ ਮੁਲਕ ਦੇ ਤਹਫਜ਼ ਨੂੰ ਡੈਮੇਜ ਕਰਨ ਵਾਸਤੇ ਜਾਲੀ ਕਰੰਸੀ ਜਿਹੜੀ ਨਾ, ਉਹਦੀਆਂ ਮਸ਼ੀਨਾਂ, ਉਹਦੇ ਸਾਰੇ ਜਿਹੜੇ ਪੇਪਰ ਨੇ, ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ। ਤੇ ਲਿਹਾਜ਼ਾ ਇਸ ਮਾਮਲੇ ਦੇ ਵਿੱਚ ਵੀ ਜਿਹੜੀ ਮੁਲਕ ਦੁਸ਼ਮਣ ਅਨਾਸਰ ਮੁਲਵਸ ਨੇ, ਉਹਨਾਂ ਨੂੰ ਫੜਿਆ ਜਾਏ ਤੇ ਕਾਨੂੰਨ ਦੇ ਸਾਹਮਣੇ ਲਿਆਇਆ ਜਾਏ ਤੇ ਕਾਨੂੰਨ ਦੇ ਕਟਹਿਰੇ ਖੜਾ ਕੀਤਾ ਜਾਏ, ਤਾਂ ਕਿ ਇਹ ਪਤਾ ਚੱਲੇ ਕਿ ਬਲਾਲ ਕਯੂਮ ਜਿਹੜਾ SP ਸੀ, ਇਹ ਕਿੱਡੇ ਵੱਡੇ ਨੈਟਵਰਕ ਦੇ ਨਾਲ ਜੁੜਿਆ ਸੀ ਕਿ ਇਹਨੇ ਆਪਣੀ SPਸ਼ਿਪ ਨੂੰ ਵੀ ਇਹਦੇ ਉੱਤੇ ਕੁਰਬਾਨ ਕਰ ਦਿੱਤਾ ਹੈ ਤੇ ਅੱਜ ਬਰਖਾਸਤ ਹੋ ਗਿਆ। ਲੇਕਿਨ ਅਸੀਂ ਤੁਹਾਨੂੰ ਨਾਲ ਨਾਲ ਇਹ ਵੀ ਦੱਸਦੇ ਚੱਲੀਏ ਕਿ ਜਦੋਂ ਕਿਸੇ SP ਨੂੰ ਬਰਖਾਸਤ ਕੀਤਾ ਜਾਂਦਾ ਤੇ 30 ਰੋਜ਼ ਦੇ ਅੰਦਰ ਅੰਦਰ ਉਹ ਅਪੀਲ ਦਾ ਹੱਕ ਵੀ ਰੱਖਦਾ ਹੈ। ਤੇ ਵੇਖੋ ਹੁਣ ਅੱਗੇ ਕੀ ਬਣਦਾ। ਅਸੀਂ ਤੁਹਾਨੂੰ ਇਹ ਕੇਸ ਦੀ ਅਗਲੀ ਅਪਡੇਟ ਵੀ ਦਿਆਂਗੇ। ਤੇ ਇਸ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਹੁੰਦਾ ਪਿਆ ਜੇ ਖਤਮ। ਤੇ ਆਪਣੇ ਮੇਜ਼ਬਾਨ ਇਜਾਜ਼ ਬੱਟ ਨੂੰ ਦਿਓ ਇਜਾਜ਼ਤ। ਰੱਬ ਰਾਖਾ।